ਹੈਲੋ ਦੋਸਤੋ, ਸਭ ਤੋਂ ਪਹਿਲਾਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬॉयਜ਼ ਗੁਰੂ ਹਰਸਾਏ ਦੇ ਆਫੀਸ਼ੀਅਲ YouTube ਚੈਨਲ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। 11ਵੀਂ ਜਮਾਤ ਦੀ ਫਿਜ਼ੀਕਲ ਐਜੂਕੇਸ਼ਨ ਦੇ ਪਾਰਟ ਨੰਬਰ 2 ਸਰੀਰਕ ਸਿੱਖਿਆ ਤੇ ਇਸ ਦੀ ਮਹੱਤਤਾ ਪੜ੍ਹਨ ਜਾ ਰਹੇ ਹਾਂ। ਇਸ ਦਾ ਟੌਪਿਕ ਜਿਹੜਾ ਆਪਾਂ ਪੜ੍ਹਨ ਜਾ ਰਹੇ ਹਾਂ, ਸਰੀਰਕ ਸਿੱਖਿਆ ਦਾ ਖੇਤਰ। ਠੀਕ ਹੈ, ਸਕੋਪ ਆਫ ਫਿਜ਼ੀਕਲ ਐਜੂਕੇਸ਼ਨ। ਜਿਹੜਾ ਸਰੀਰਕ ਸਿੱਖਿਆ ਦਾ ਖੇਤਰ ਹੈ ਉਹ ਅੱਗੇ ਨਾਲੋਂ ਬਹੁਤ ਵਿਸ਼ਾਲ ਹੋ ਚੁੱਕਿਆ। ਪਹਿਲਾਂ ਕੀ ਹੁੰਦਾ, ਸਰੀਰਕ ਸਿੱਖਿਆ ਛੋਟੇ ਜਿਹੇ ਦਾਇਰੇ ਵਿੱਚ ਸਿਮਟ ਕੇ ਰਹਿ ਜਾਂਦੀ ਸੀ, ਜਿਹਦੇ ਵਿੱਚ ਕੀ ਆਉਂਦਾ ਸਰੀਰਕ ਕਸਰਤਾਂ, ਖੇਡਾਂ, ਜਾਂ ਕੀ ਹੁੰਦਾ ਸੀ ਸਕੂਲਾਂ ਵਿੱਚ ਡਰਿਲ ਮਾਰਚਿੰਗ ਹੁੰਦੀ ਸੀ। ਠੀਕ ਹੈ, ਪਰੰਤੂ ਜਿਹੜਾ ਅੱਜ ਦਾ ਸਮਾਂ, ਇਹਦੇ ਵਿੱਚ ਸਰੀਰਕ ਸਿੱਖਿਆ ਦੇ ਖੇਤਰ ਵਿੱਚ ਵੀ ਆਮ ਵਿਸ਼ਿਆਂ ਵਾਂਗ ਬਹੁਤ ਤਬਦੀਲੀ ਆ ਚੁੱਕੀ ਹੈ ਅਤੇ ਇਸ ਦਾ ਦਾਇਰਾ ਵੀ ਬਹੁਤ ਵੱਡਾ ਹੋ ਚੁੱਕਾ ਹੈ। ਠੀਕ ਹੈ, ਇਸ ਦੀ ਮਹੱਤਤਾ ਵੀ ਆਮ ਸਬਜੈਕਟਾਂ ਨਾਲੋਂ ਜ਼ਿਆਦਾ ਹੈ। ਠੀਕ ਹੈ, ਕਿਉਂਕਿ ਇਹ ਕੀ ਕਰਦਾ, ਮਨੁੱਖ ਦਾ ਸਰਬਪੱਖੀ ਵਿਕਾਸ ਕਰਦਾ। ਜੇ ਮਨੁੱਖ ਦਾ ਸਰਬਪੱਖੀ ਵਿਕਾਸ ਹੋਵੇਗਾ ਤਾਂ ਹੀ ਉਹ ਦੂਜੇ ਸਬਜੈਕਟਾਂ ਵਿੱਚ ਵੀ ਕਾਮਯਾਬ ਹੋਵੇਗਾ। ਜਿਵੇਂ ਕਿ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਸਮੇਂ ਦੇ ਬਦਲਣ ਨਾਲ ਦੂਸਰੇ ਵਿਸ਼ਿਆਂ ਦੀ ਤਰ੍ਹਾਂ ਸਰੀਰਕ ਸਿੱਖਿਆ ਵਿੱਚ ਵੀ ਬਹੁਤ ਤਬਦੀਲੀਆਂ ਆਈਆਂ ਹਨ। ਪੁਰਾਤਨ ਸਮੇਂ ਵਿੱਚ ਸਰੀਰਕ ਸਿੱਖਿਆ ਕੇਵਲ ਖੇਡਾਂ ਜਾਂ ਡਰਿਲ ਅਤੇ ਮਾਰਚਿੰਗ ਤੱਕ ਹੀ ਸੀਮਿਤ ਸੀ। ਅੱਜ ਦੇ ਯੁੱਗ ਵਿੱਚ ਸਰੀਰਕ ਸਿੱਖਿਆ ਵਿਅਕਤੀ ਦੇ ਜੀਵਨ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਠੀਕ ਹੈ, ਅਹਿਮ ਹਿੱਸਾ, ਅਟੁੱਟ ਵਾਂਗ ਬਣ ਚੁੱਕੀ ਹੈ। ਅੱਜ ਸਰੀਰਕ ਸਿੱਖਿਆ ਦਾ ਖੇਤਰ ਇੰਨਾ ਵਿਸ਼ਾਲ ਹੈ ਕਿ ਖੇਡਾਂ ਤੋਂ ਲੈ ਕੇ ਮਨੋਰੰਜਨ ਅਤੇ ਭੌਤਿਕ ਚਿਕਿਤਸਾ ਤੱਕ ਸਰੀਰਕ ਸਿੱਖਿਆ ਦੇ ਖੇਤਰ ਵਿੱਚ ਸ਼ਾਮਿਲ ਹਨ। ਅੱਜ ਸਰੀਰਕ ਸਿੱਖਿਆ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਭਾਵਨਾਤਮਿਕ ਅਤੇ ਨੈਤਿਕ ਵਿਕਾਸ ਵਿੱਚ ਯੋਗਦਾਨ ਪਾ ਰਹੀ ਹੈ। ਸਮਝ ਲੱਗੀ? ਸਰੀਰਕ ਸਿੱਖਿਆ ਦਾ ਖੇਤਰ ਹੇਠ ਲਿਖੀਆਂ ਕਿਰਿਆਵਾਂ ਦਾ ਸੁਮੇਲ ਹੈ। ਠੀਕ ਹੈ, ਸਰੀਰਕ ਸਿੱਖਿਆ ਦੇ ਵਿੱਚ ਕਿਹੜੀਆਂ-ਕਿਹੜੀਆਂ ਕਿਰਿਆਵਾਂ ਆ ਜਾਂਦੀਆਂ, ਸਰੀਰਕ ਸਿੱਖਿਆ ਦਾ ਦਾਇਰਾ ਕਿੱਡਾ ਕੁ, ਉਹਦੇ ਬਾਰੇ ਡਿਸਕਸ ਕਰ ਰਹੇ ਹਾਂ। ਪਹਿਲਾ ਪੁਆਇੰਟ ਕੀ ਆ, ਇਹਨਾਂ ਕਸਰਤਾਂ ਰਾਹੀਂ ਕਿਸੇ ਖਿਡਾਰੀ ਜਾਂ ਵਿਅਕਤੀ ਦੀਆਂ ਸਰੀਰਕ ਤਰੁੱਟੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਕਈ ਵਾਰ ਪੱਠਿਆਂ ਦੀ ਕਮਜ਼ੋਰੀ, ਹੱਡੀਆਂ ਦੀ ਬਣਾਵਟ ਜਾਂ ਸੱਟ ਲੱਗਣ ਕਾਰਨ ਸਰੀਰਕ ਤਰੁੱਟੀ ਪੈਦਾ ਹੋ ਜਾਂਦੀ ਹੈ। ਭੌਤਿਕ ਚਿਕਿਤਸਾ ਦੀ ਮਦਦ ਨਾਲ ਹਲਕੀਆਂ ਕਸਰਤਾਂ ਰਾਹੀਂ ਇਹਨਾਂ ਤਰੁੱਟੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਹਦੇ ਵਿੱਚ ਕੀ ਆਉਂਦਾ, ਕਈ ਵਾਰ ਆਪਣੇ ਸੱਟ ਲੱਗਣ ਨਾਲ ਜਾਂ ਬਿਮਾਰ ਹੋਣ ਕਾਰਨ ਜਾਂ ਆਪਣੇ ਸਰੀਰ ਦੀਆਂ ਜਿਹੜੀਆਂ ਹੱਡੀਆਂ ਹੁੰਦੀਆਂ, ਪੱਠਿਆਂ ਦੀ ਕਮਜ਼ੋਰੀ ਕਾਰਨ ਆਪਣੇ ਸਰੀਰ ਵਿੱਚ ਛੋਟੀਆਂ-ਛੋਟੀਆਂ ਤਰੁੱਟੀਆਂ ਪੈਦਾ ਹੋ ਜਾਂਦੀਆਂ, ਛੋਟੇ-ਛੋਟੇ ਔਗਣ ਸਰੀਰ ਵਿੱਚ ਪੈਦਾ ਹੋ ਜਾਂਦੇ ਆ, ਜਿਹੜੇ ਕਿ ਹਲਕੀਆਂ-ਹਲਕੀਆਂ ਕਿਰਿਆਵਾਂ ਨਾਲ ਦੂਰ ਹੋ ਜਾਂਦੇ ਹੁੰਦੇ ਆ। ਠੀਕ ਹੈ, ਸਰੀਰਕ ਸਿੱਖਿਆ ਕੀ ਕਰਦਾ, ਸਰੀਰ ਨੂੰ ਸਹੀ ਕਰਦਾ, ਉਹਨਾਂ ਰੋਗਾਂ, ਉਹਨਾਂ ਤਰੁੱਟੀਆਂ ਨੂੰ ਦੂਰ ਕਰਦਾ। ਇਹ ਜਿਹੜੀਆਂ ਕਿ ਕਿਸੇ ਦਵਾਈ ਨਾਲ ਨਹੀਂ ਹੋ ਸਕਦੀਆਂ, ਸਿਰਫ ਕਸਰਤ ਨਾਲ, ਹਲਕੀ ਫੁਲਕੀ ਕਿਰਿਆ ਨਾਲ ਹੀ ਹੋ ਜਾਂਦੀਆਂ ਹੁੰਦੀਆਂ। ਨੈਕਸਟ ਆ ਜਾਂਦੇ ਜੀ ਸਵੈ ਰੱਖਿਅਕ ਕਸਰਤਾਂ, ਜਿਹਨੂੰ ਆਪਾਂ ਸੈਲਫ ਡਿਫੈਂਸ ਐਕਟੀਵਿਟੀ ਬੋਲਦੇ ਹਾਂ। ਇਹਦੇ ਵਿੱਚ ਕੀ ਆ ਜਾਂਦਾ, ਆਪਦੀ ਰੱਖਿਆ ਕਰਨ ਵਾਲੀਆਂ ਕਸਰਤਾਂ, ਆਪਦੀ ਰੱਖਿਆ ਕਰਨ ਵਾਲੀਆਂ ਕਿਰਿਆਵਾਂ, ਜਿਵੇਂ ਕਿ ਆ ਜਾਂਦੇ ਜੂਡੋ ਆ ਜਾਂਦੀ ਆ, ਕਰਾਟੇ ਆ ਜਾਂਦੀ ਆ, ਮਾਰਸ਼ਲ ਆਰਟ, ਮੁੱਕੇਬਾਜ਼ੀ ਆ ਜਾਂਦੀ ਆ। ਇਹਦੇ ਬਾਰੇ, ਇਸ ਵਿੱਚ ਉਹ ਸਾਰੀਆਂ ਕਿਰਿਆਵਾਂ ਸ਼ਾਮਿਲ ਹੁੰਦੀਆਂ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਵਿਅਕਤੀ ਸਵੈ ਰੱਖਿਆ ਕੀ ਹੁੰਦੀ ਆ, ਆਪਣੇ ਆਪ ਦੀ ਰੱਖਿਆ, ਸਵੈ ਰੱਖਿਆ ਕਰ ਸਕਦਾ ਹੈ। ਇਹਨਾਂ ਕਿਰਿਆਵਾਂ ਰਾਹੀਂ ਵਿਅਕਤੀ ਨੂੰ ਆਪਣੀ ਰੱਖਿਆ ਕਰਨ ਦੇ ਵੱਖ-ਵੱਖ ਕੌਸ਼ਲ ਸਿਖਾਏ ਜਾਂਦੇ ਹਨ। ਗੱਤਕਾ, ਮੁੱਕੇਬਾਜ਼ੀ, ਕਰਾਟੇ, ਕੁਸ਼ਤੀ, ਜੂਡੋ ਆਦਿ ਖੇਡਾਂ ਇਸ ਖੇਤਰ ਵਿੱਚ ਸ਼ਾਮਿਲ ਹੁੰਦੀਆਂ ਹਨ। ਠੀਕ ਹੈ, ਨੈਕਸਟ ਆ ਜਾਂਦਾ ਤਾਲ ਨਾਲ। ਸੰਗੀਤ ਜਾਂ ਤਾਲ ਨਾਲ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਇਸ ਖੇਤਰ ਵਿੱਚ ਸ਼ਾਮਿਲ ਹੁੰਦੀਆਂ ਹਨ, ਜਿਵੇਂ ਡੰਬਲ, ਲੇਜ਼ੀਅਮ, ਰਿਦਮਿਕ ਜਿਮਨਾਸਟਿਕ, ਲੋਕ ਨਾਚ ਕਿਰਿਆਵਾਂ ਆਦਿ। ਇਹ ਵੀ ਸਰੀਰਕ ਸਿੱਖਿਆ ਦਾ ਦਾਇਰਾ ਵਧਾਉਣ ਵਿੱਚ ਇਹ ਕਿਰਿਆਵਾਂ ਆਪਣਾ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਠੀਕ ਹੈ, ਜਿਹੜੀਆਂ ਆਪਾਂ ਡਾਂਸਿੰਗ ਕਰਦੇ ਹਾਂ, ਜਿਹੜੀਆਂ ਆਪਾਂ ਲੋਕ ਨਾਚ ਕਿਰਿਆਵਾਂ ਕਰਦੇ ਹਾਂ। ਓਕੇ, ਨੈਕਸਟ ਆ ਜਾਂਦਾ ਮਨੋਰੰਜਨ ਕਿਰਿਆਵਾਂ। ਰੋਜ਼ਾਨਾ ਜ਼ਿੰਦਗੀ ਦੀ ਭੱਜ ਦੌੜ ਉਪਰੰਤ ਜਦੋਂ ਮਨੁੱਖ ਅੱਕ ਜਾਂਦਾ ਹੈ ਤਾਂ ਮਨੋਰੰਜਨ ਉਸਦੀ ਜ਼ਿੰਦਗੀ ਵਿੱਚ ਦੁਬਾਰਾ ਤਾਜ਼ਗੀ ਭਰਨ ਦੀ ਸ਼ਕਤੀ ਰੱਖਦਾ ਹੈ। ਠੀਕ ਹੈ, ਕੋਈ ਵੀ ਆਪਾਂ ਕੰਮ ਕਰਦੇ ਕਰਦੇ ਅੱਕ ਜਾਂਦੇ ਹਾਂ, ਬੋਰ ਹੋ ਜਾਂਦੇ ਹਾਂ, ਉਹਨਾਂ ਕੰਮ ਨੂੰ ਦੁਬਾਰਾ ਸ਼ੁਰੂ ਕਰਨ ਲਈ ਸਰੀਰ ਨੂੰ ਰੀਫਰੈਸ਼ ਕਰਨ ਦੀਆਂ ਕਿਰਿਆਵਾਂ ਵੀ ਹੁੰਦੀਆਂ, ਸਰੀਰ ਨੂੰ
ਤਾਜ਼ਗੀ ਕਰਨ ਦੀਆਂ ਕਿਰਿਆਵਾਂ ਹੁੰਦੀਆਂ। ਮਨੋਰੰਜਨ ਲਈ ਮਨੁੱਖ ਕਈ ਪ੍ਰਕਾਰ ਦੀਆਂ ਕਿਰਿਆਵਾਂ ਕਰ ਸਕਦਾ ਹੈ, ਜਿਵੇਂ ਕੈਂਪ ਲਾਉਣਾ, ਪਿਕਨਿਕ, ਪਹਾੜਾਂ ਦੀ ਸੈਰ, ਮੱਛੀ ਫੜਨਾ ਆਦਿ। ਠੀਕ ਆ, ਕੈਂਪ ਲਗਾਉਣੇ ਆਪਾਂ, ਕੈਂਪ ਵਿੱਚ ਕੀ ਕਰਦੇ ਹੁੰਦੇ ਹਾਂ, ਬਹੁਤ ਕੁਛ ਸਿੱਖਦੇ ਹਾਂ ਕੈਂਪ ਵਿੱਚ ਆਪਾਂ। ਠੀਕ ਆ, ਸਮਾਜ ਵਿੱਚ ਕਿਵੇਂ ਰਹਿਣਾ, ਆਪਣੇ ਦੋਸਤਾਂ ਮਿੱਤਰਾਂ ਨਾਲ ਕਿਵੇਂ ਰਹਿਣਾ, ਜਿਹੜੀਆਂ ਸਰਬ ਸਾਂਝੀ ਪ੍ਰੋਪਰਟੀ ਹੁੰਦੀ ਹੈ, ਜਿਹੜੀ ਆਪਣੀ ਸਾਰਿਆਂ ਦੀ ਸਾਂਝੀ ਹੁੰਦੀ ਹੈ, ਉਹਦੀ ਰੱਖਿਆ ਕਿਵੇਂ ਕਰਨੀ ਹੈ, ਕਿਸੇ ਦੀ ਹੈਲਪ ਕਰਨੀ ਆ, ਖੂਨਦਾਨ ਕੈਂਪ ਲਾਉਣਾ। ਠੀਕ ਹੈ, ਮਾਨਸਿਕ ਪੱਧਰ ਉੱਚਾ ਚੁੱਕਣ ਲਈ ਕੈਂਪ ਲਾਉਣੇ। ਇਹ ਸਾਰੇ ਕੈਂਪ ਕੀ ਕਰਦੇ ਆ, ਆਪਣਾ ਜੀਵਨ ਨੂੰ ਰੀਫਰੈਸ਼ ਕਰਦੇ ਆ, ਕੀ ਆਪਾਂ ਨੂੰ ਇਸ ਤੋਂ ਇਲਾਵਾ ਬਹੁਤ ਕੁਛ ਸਿਖਾਉਂਦੇ ਨੇ। ਇਸ ਤੋਂ ਇਲਾਵਾ ਕੀ ਕਰਦੇ ਹਾਂ, ਆਪਾਂ ਪਿਕਨਿਕ 'ਤੇ ਜਾਂਦੇ ਹਾਂ, ਪਹਾੜਾਂ ਦੀ ਸੈਰ ਕਰਦੇ ਹਾਂ, ਇਹ ਵੀ ਸਰੀਰਕ ਸਿੱਖਿਆ ਦਾ ਇੱਕ ਅੰਗ ਹਨ। ਇਸ ਤੋਂ ਬਾਅਦ ਆ ਜਾਂਦੇ ਆ ਯੋਗਿਕ ਕਿਰਿਆਵਾਂ। ਯੋਗ ਭਾਰਤ ਦੀ ਇੱਕ ਪੁਰਾਤਨ ਵਿਧੀ ਹੈ ਜੋ ਅੱਜ ਪੂਰੇ ਸੰਸਾਰ ਵਿੱਚ ਪ੍ਰਚਲਿਤ ਹੋ ਰਿਹਾ ਹੈ। ਯੋਗ ਵਿੱਚ ਵੱਖ-ਵੱਖ ਆਸਨ, ਪ੍ਰਾਣਾਯਾਮ ਅਤੇ ਹੋਰ ਕਈ ਕਿਰਿਆਵਾਂ ਸ਼ਾਮਿਲ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਕਸਰਤ, ਧਿਆਨ ਲਗਾਉਣ ਆਦਿ ਲਈ ਕੀਤੀ ਜਾਂਦੀ ਹੈ। ਯੋਗ ਆ ਜਾਂਦਾ, ਯੋਗ ਕੀ ਹੁੰਦਾ, ਜਿਹੜਾ ਭਾਰਤ ਤੋਂ ਚੱਲਿਆ ਸੀ ਅਤੇ ਅੱਜ ਕਿੱਥੇ ਆ, ਪੂਰੇ ਵਰਲਡ ਵਿੱਚ ਚੱਲ ਰਿਹਾ। ਠੀਕ ਆ, ਇਹਦੇ ਨਾਲ ਕੀ ਕਰਦੇ ਆ, ਇਹਦੇ ਨਾਲ ਆਪਣਾ ਵੱਖ-ਵੱਖ ਤਰ੍ਹਾਂ ਦੇ ਆਸਨ ਹੁੰਦੇ ਆ, ਜਿਹੜੇ ਆਪਣੇ ਸਰੀਰ ਦੇ ਵੱਖ-ਵੱਖ ਅੰਗਾਂ ਲਈ ਕੰਮ ਕਰਦੇ ਆ। ਠੀਕ ਆ, ਇਹ ਆਸਨ ਕੋਈ ਬਹੁਤ ਜ਼ਿਆਦਾ ਔਖੇ ਨਹੀਂ ਹੁੰਦੇ ਅਤੇ ਹਰੇਕ ਉਮਰ ਦਾ ਬੰਦੇ ਵਾਸਤੇ ਆਸਨ ਹੁੰਦੇ ਨੇ। ਨੈਕਸਟ ਆ ਜਾਂਦਾ ਵਿੱਦਿਅਕ ਖੇਤਰ। ਸਰੀਰਕ ਸਿੱਖਿਆ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ, ਜਿਵੇਂ ਜੀਵ ਵਿਗਿਆਨ, ਸਰੀਰਕ ਬਣਤਰ, ਮਨੋਵਿਗਿਆਨ, ਭੌਤਿਕ ਚਿਕਿਤਸਾ ਆਦਿ। ਵਿਦਿਆਰਥੀ ਭਵਿੱਖ ਵਿੱਚ ਇਹਨਾਂ ਵਿਸ਼ਿਆਂ ਨੂੰ ਆਪਣੇ ਕਿੱਤੇ ਵਜੋਂ ਅਪਣਾ ਸਕਦੇ ਆ। ਸਰੀਰਕ ਸਿੱਖਿਆ ਵਿੱਚ ਕੀ ਕਰਦੇ ਹਾਂ, ਆਪਣੇ ਸਰੀਰ ਬਾਰੇ ਜਾਣਕਾਰੀ ਕਰਦੇ ਹਾਂ, ਮਨੋਵਿਗਿਆਨਿਕ ਜਿਹੜਾ ਹੁੰਦਾ ਗਾ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ, ਭੌਤਿਕ ਚਿਕਿਤਸਾ ਹੁੰਦੀ ਹੈ। ਠੀਕ ਆ, ਜੀਵ ਵਿਗਿਆਨ ਬਾਰੇ ਜਾਣਕਾਰੀ ਹੁੰਦੀ ਹੈ। ਇਹ ਸਬਜੈਕਟਾਂ ਬਾਰੇ ਕੀ ਹੁੰਦਾ, ਆਪਾਂ ਨੂੰ ਮੁੱਢਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ, ਜਿਹੜੇ ਅੱਗੇ ਜਾ ਕੇ ਆਪਾਂ ਨੂੰ ਆਪਣੀ ਜ਼ਿੰਦਗੀ ਵਿੱਚ ਮੇਨ ਸਬਜੈਕਟ ਦੇ ਤੌਰ 'ਤੇ ਆਪਾਂ ਇਹਨਾਂ ਨੂੰ ਵਰਤੋਂ ਕਰਕੇ ਇਸਦੀ ਕਿੱਤੇ ਵਜੋਂ ਅਪਣਾ ਸਕਦੇ ਹਾਂ ਇਹਨਾਂ ਨੂੰ। ਠੀਕ ਹੈ, ਇਸ ਤੋਂ ਇਲਾਵਾ ਆ ਜਾਂਦਾ ਕਿੱਤਾ ਮੁਖੀ ਖੇਤਰ। ਸਰੀਰਕ ਸਿੱਖਿਆ ਆਪਾਂ ਨੂੰ ਜੋਬ ਕਿਵੇਂ ਦਿੰਦੀ ਹੈ, ਪ੍ਰੋਫੈਸ਼ਨਲੀ ਕਿਵੇਂ ਕੰਮ ਕਰਦੇ ਸਰੀਰਕ ਸਿੱਖਿਆ। ਠੀਕ ਹੈ, ਸਰੀਰਕ ਸਿੱਖਿਆ ਸਿਰਫ ਇੱਕ ਖਿਡਾਰੀ ਹੀ ਨਹੀਂ ਬਣਾਉਂਦੀ, ਸਗੋਂ ਸਰੀਰਕ ਸਿੱਖਿਆ ਅਧਿਆਪਕ, ਕੋਚ, ਖੇਡ ਪੱਤਰਕਾਰ, ਕਮੈਂਟੇਟਰ ਆਦਿ ਪ੍ਰਮੁੱਖ ਕਿੱਤਿਆਂ ਨੂੰ ਅਪਣਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ। ਠੀਕ ਹੈ, ਸਰੀਰਕ ਸਿੱਖਿਆ ਦਾ ਦਾਇਰਾ ਵੀ ਬਹੁਤ ਵੱਡਾ ਹੋ ਚੁੱਕਿਆ ਇਹਨਾਂ ਕਰਕੇ ਹੀ। ਅੱਜ ਕੀ ਹੁੰਦਾ, ਅੱਜ ਕੱਲ੍ਹ ਕਿਵੇਂ ਆ, ਕਬੱਡੀ ਦੇ, ਵਾਲੀਬਾਲ ਦੇ, ਛੋਟੇ ਪਿੰਡਾਂ ਵਿੱਚ ਵੀ ਜਿਹੜੇ ਹੁੰਦੇ ਆ ਇਹਦੇ ਕਮੈਂਟੇਟਰ ਪੈਦਾ ਹੋ ਰਹੇ ਨੇ, ਕਮੈਂਟੇਟਰ ਪੈਦਾ ਹੋ ਰਹੇ ਨੇ। ਠੀਕ ਹੈ, ਇਸ ਤੋਂ ਇਲਾਵਾ ਕੀ ਹੁੰਦਾ, ਸਰੀਰਕ ਸਿੱਖਿਆ 'ਚ ਜਿਹੜਾ ਖਿਡਾਰੀ ਰਿਟਾਇਰ ਹੋ ਜਾਂਦਾ ਉਹ ਕੀ ਬਣ ਸਕਦਾ, ਉਹ ਸਰੀਰਕ ਸਿੱਖਿਆ ਦਾ ਅਧਿਆਪਕ ਬਣ ਸਕਦਾ, ਸਰੀਰਕ ਸਿੱਖਿਆ ਦਾ ਕਿਸੇ ਵੀ ਗੇਮ ਦਾ ਕੋਚ ਬਣ ਕੇ ਆਪਦਾ ਜਿਹੜਾ ਕੈਰੀਅਰ ਬਣਾ ਸਕਦਾ। ਇਸ ਤੋਂ ਇਲਾਵਾ ਖੇਡ ਪੱਤਰਕਾਰ ਬਣ ਸਕਦਾ। ਇਹਨਾਂ ਖੇਤਰਾਂ ਵਿੱਚ ਵੀ ਆਪਦੇ ਇਹਨਾਂ ਕਿੱਤਿਆਂ ਨੂੰ ਅਪਣਾ ਕੇ ਵੀ ਇਸ ਖੇਤਰ ਵਿੱਚ ਮੌਕਾ ਪ੍ਰਦਾਨ ਕਰਦੀ ਹੈ ਜਿਹੜੀ ਸਰੀਰਕ ਸਿੱਖਿਆ ਹੁੰਦੀਆਂ ਨੇ। ਠੀਕ ਹੈ ਜੀ, ਥੈਂਕ ਯੂ।